ਅਸੀਂ ਉਹਨਾਂ ਸੰਘਰਸ਼ੀਲ ਯੋਧਿਆਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ ਜਿਨ੍ਹਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਸਾਜ਼ਿਸ਼ ਦੇ ਤਹਿਤ ਫੜਿਆ ਗਿਆ ਸੀ। ਉਹਦਾ ਮੁੱਦਾ ਕੀ ਬਣਾਇਆ ਗਿਆ ਕਿ ਭੀਮਾ ਕੋਰੇਗਾਂव 'ਚ ਕੁਛ ਹੋਇਆ। ਹਾਲਾਂਕਿ ਜਿਹਨੇ ਗ੍ਰਿਫਤਾਰ ਨੇ ਇਹਨਾਂ ਦਾ ਉਸ ਵੇਲੇ ਜੋ 1 ਜਨਵਰੀ ਨੂੰ ਹੋਇਆ ਸੀ ਉਸ ਰਾਤ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਸੀ, ਪਰ ਹਰ ਚੀਜ਼ ਜਿਹੜੀ ਹੈ ਉਹ ਕੁਛ ਦੱਸਦੀ ਹੈ। ਪਰ ਉਹਦੇ ਤੇ ਮੈਨੂੰ ਯਾਦ ਆ ਰਿਹਾ ਸੀ ਕਿ ਸ਼ਹੀਦ ਭਗਤ ਸਿੰਘ ਹੋਣਾ ਨੇ ਜਦੋਂ ਅਛੂਤ ਦਾ ਸਵਾਲ ਆਪਣਾ ਨਿਬੰਧ ਲਿਖਿਆ ਤਾਂ ਉਹਦੇ 'ਚ ਮੂਲ ਗੱਲ ਉਹਨਾਂ ਨੇ ਕੀਤੀ ਸੀ ਕਿ ਸਾਡੇ ਦਲਿਤ ਵੀਰ ਜਿਹੜੇ ਨੇ ਉਹਨਾਂ ਦਾ ਹੌਸਲਾ ਇੰਨਾ ਪਸਤ ਕਰ ਦਿੱਤਾ ਗਿਆ ਕਿ ਉਹ ਆਪਣੀ ਜ਼ਿੰਦਗੀ ਦੀ ਲੜਾਈ ਨਹੀਂ ਲੜ ਸਕਦੇ। ਪਰ ਉਹ ਕਹਿੰਦੇ ਮੈਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਕਿ ਉਹਨਾਂ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਜੰਗਾਂ ਦਿੱਤੀਆਂ, ਉਹਨਾਂ ਦੇ ਸਿਰ ਤੇ ਸ਼ਿਵਾਜੀ ਨੇ ਜੱਤਾਂ ਦਿੱਤੀਆਂ। ਤੁਸੀਂ ਆਪਣੇ ਵਿੱਚ ਉਸ ਸਵੈਮਾਨ ਨੂੰ ਜਗਾਓ। ਇਸੇ ਗੱਲ ਨੂੰ ਲੈ ਕੇ ਭੀਮਾ ਕੋਰੇਗਾਂव ਜਿਹੜੀ ਕਿ 200 ਸਾਲ ਪਹਿਲਾਂ ਇੱਕ ਜੰਗ ਲੜੀ ਗਈ ਸੀ, ਉਹਦੀ ਯਾਦ ਵਿੱਚ ਬਣਿਆ ਹੋਇਆ ਪਿਲਰ ਜਿਹੜਾ ਹੈ ਉਹਦੇ ਤੇ ਬਾਬਾ ਸਾਹਿਬ ਅੰਬੇਦਕਰ ਨੇ ਇਹ ਜਸ਼ਨ ਮਨਾਉਣਾ ਸ਼ੁਰੂ ਕੀਤਾ। ਉਹ ਕਹਿੰਦਾ ਕਿ ਅਸੀਂ ਉਦੋਂ 1818 ਵਿੱਚ ਮਤਲਬ ਇੰਨੇ ਬਹਾਦਰ ਸੀ ਕਿ ਜਿਹੜੇ ਪੇਸ਼ਵਾ ਆਪਣੇ ਆਪ ਨੂੰ ਮਤਲਬ ਸਮਝਦੇ ਸੀ ਕਿ ਉਹ ਕਦੀ ਹਾਰ ਨਹੀਂ ਸਕਦੇ, ਉਹਨਾਂ ਨੂੰ ਆਪਾਂ ਹਰਾਇਆ ਸੀ ਤੇ ਆਪਾਂ ਆਪਣੇ ਵਿੱਚ ਉਸ ਸਵੈਮਾਨ ਜਗਾਈਏ। ਔਰ ਉਹਦਾ 200 ਸਾਲਾ ਜਦੋਂ ਮਨਾਇਆ ਜਾ ਰਿਹਾ ਸੀ, ਸ਼ਾਇਦ ਇਸੇ ਕਰਕੇ ਕਿ ਦਲਿਤ ਵੀਰ ਜਿਹੜਾ ਹੈ ਉਹ ਆਪਣੇ ਵਿੱਚ ਉਸ ਇਨਸਾਨੀ ਜੁਝਾਰੂਪੁਣੇ ਨੂੰ ਆਪਣੇ ਵਿੱਚ ਪਹਿਚਾਣੇ ਔਰ ਅੱਜ ਜੋ ਜ਼ੁਲਮ ਹੋ ਰਿਹਾ ਹੈ ਉਹਦੇ ਖਿਲਾਫ ਲੜੇ। ਤਾਂ ਇਹ ਜਿਹੜੀ ਕਹਾਣੀ ਹੈ ਇਸ ਕਰਕੇ ਉਹਨਾਂ ਨੇ ਉਹਨੂੰ ਆਦਰਸ਼ ਬਣਾਇਆ। ਜਿਵੇਂ ਅੰਗਰੇਜ਼ ਨੇ ਜਦੋਂ ਮਤਲਬ ਭਗਤ ਸਿੰਘ ਹੋਣਾ ਤੇ ਸਪੈਸ਼ਲ ਟ੍ਰਿਬਿਊਨਲ ਬਿਠਾਈ ਸੀ ਤੇ ਉਹ 1 ਮਈ ਨੂੰ ਬਣਾਈ ਸੀ। ਤਾਂ ਇਹ ਸਿੰਬੋਲਿਕ ਨਹੀਂ ਹੈਗੇ, ਇਹ ਉਹਨਾਂ ਵੱਲੋਂ ਇੱਕ ਇਸ਼ਾਰਾ ਹੁੰਦੇ ਨੇ। ਇਸੇ ਤਰ੍ਹਾਂ ਹੀ ਇੱਕ ਬਾਅਦ ਵਿੱਚ ਸੈਕੰਡ ਲਾਹੌਰ ਕੌਂਸਪੀਰੇਸੀ ਕੇਸ ਚਲਾਇਆ ਗਿਆ, ਉਹ 26 ਜਨਵਰੀ 1930 ਨੂੰ ਚਲਾਇਆ ਗਿਆ, 1931 ਨੂੰ, ਤਾਂ ਕਿ ਜਿਹੜੇ ਦਿਨ ਨੂੰ ਤੁਸੀਂ ਮੰਨਦੇ ਹੋ ਉਹਦੇ ਉਲਟ ਵਿੱਚ ਇੱਕ ਦਲੀਲ ਜਿਹੜੀ ਰੱਖੀ ਜਾਵੇ। ਤਾਂ ਇਸ ਕਰਕੇ ਭੀਮਾ ਕੋਰੇਗਾਂव ਦਾ ਇਹ ਸੰਦਰਭ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨਾ ਆਪਾਂ ਨੂੰ ਇਹ ਔਰ ਇਹ ਕਿਉਂਕਿ ਭੀਮਾ ਕੋਰੇਗਾਂव ਇੱਕ ਵਿਸ਼ਵਾਸ ਦੀ ਨਿਸ਼ਾਨੀ ਜਗਾਉਂਦਾ ਹੈ ਔਰ ਉਹਨੂੰ ਇੱਕ ਡਰ ਵਿੱਚ ਬਦਲਣਾ ਮਤਲਬ ਇਸ ਰਾਜ ਦਾ ਤਰੀਕਾ ਹੈ। ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੇ ਉੱਥੇ 3 ਸਾਲ ਤੋਂ ਫੜੇ ਹੋਏ, ਤੁਸੀਂ ਦੇਖੋ ਨਾ ਜ਼ੁਲਮ ਦੀ ਵੀ ਹੱਦ ਹੈ। ਕਾਨੂੰਨ ਨੂੰ ਤੁਸੀਂ ਇੱਦਾਂ ਵਿਗਾੜ ਲਓ ਕਿ ਕੋਈ ਬੰਦਾ ਜਿਹਦੇ ਬਾਰੇ ਹੁਣ ਔਰ ਇਹ ਕਾਨੂੰਨ ਅੰਗਰੇਜ਼ ਵੀ ਇੱਦਾਂ ਦੇ ਬਣਾਏ ਸੀ, ਉਹਨਾਂ ਨੇ 1818 ਵਿੱਚ ਇਹ ਕਾਨੂੰਨ ਬਣਿਆ ਸੀ ਕਿ ਜਿਸ ਬੰਦੇ ਤੇ ਸ਼ੱਕ ਹੋਵੇ ਕਿ ਸੋਚ ਸਕਦਾ ਹੈ ਉਹਨੂੰ ਤੁਸੀਂ ਫੜ ਕੇ ਜਿੰਨਾ ਚਿਰ ਮਰਜ਼ੀ ਜੇਲ੍ਹ 'ਚ ਰੱਖੋ, ਜਿੰਨਾ ਚਿਰ ਮਰਜ਼ੀ ਉਹਨੂੰ ਤੁਸੀਂ ਮਤਲਬ ਜੇਲ੍ਹਾਂ ਤੋਂ ਬਾਹਰ ਕੱਢ ਦਿਓ। ਔਰ ਉਹ ਪਹਿਲੀ ਵਾਰੀ ਸਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਤੇ 1907 ਵਿੱਚ ਉਹਦੇ ਅੰਦਰ ਉਹਨਾਂ ਨੂੰ ਬਾਹਰ ਕੱਢਿਆ ਮਤਲਬ। ਤਾਂ ਇਸ ਕਰਕੇ ਇਹ ਜਿਹੜਾ ਮਤਲਬ ਹੈ ਔਰ ਇਹ ਸਾਰੇ ਸਾਥੀ ਜਿਹੜੇ ਉਹਨਾਂ ਦੀ ਕੀ ਕਾਮਨ ਕੀ ਹੈ, ਚਾਹੇ ਉਹ ਕਬੀਰ ਕਲਾ ਮੰਚ ਵਾਲੇ ਨੇ, ਚਾਹੇ ਵਰਵਰ ਰਾਓ ਵਰਗੇ ਇਨਕਲਾਬੀ ਮਤਲਬ ਸਿਰੜ ਵਾਲਾ ਕਵੀ ਹੈ, ਜਾਂ ਸਤਿਅਨ स्वामी है, या सुभा भारद्वाज है, मतलब इन्होंने सारे च। और मैं ये भी देख रहा सी कि साड़ी जी साजिशी सरकार है वो लिंग अनुपात रखती है कि जो पहले 5 फड़े तो उन्होंने एक लेडी प्रोफेसर सोना सोम ने फड़िया ताकि ये ना लगे कि भी लेडीज बाहर रह गई, क्योंकि उन्होंने भी तो डरावा देते। अगली बारी मतलब सुधा भारद्वाज ने फड़िया। ਹੁਣ ਇਹਨਾਂ ਸਾਰਿਆਂ ਵਿੱਚ ਕਾਮਨ ਕੀ ਹੈ? ਔਰ ਉਹਦਾ ਮੈਨੂੰ ਕਿਸੇ ਨੇ ਪੁੱਛਿਆ, ਮੈਂ ਆਂਧਰਾ ਗਿਆ ਸੀ, ਕਹਿੰਦੇ ਜੀ ਲੈਫਟ ਰਾਈਟ ਕੀ ਹੁੰਦਾ? ਮੈਂ ਕਿਹਾ ਮੈਨੂੰ ਤਾਂ ਇੰਨੀ ਕੁ ਸਮਝ ਲੱਗੀ ਹੈ ਕਿ ਦਿਲ ਖੱਬੇ ਬੰਨੇ ਹੁੰਦਾ, ਜਿਹਦਾ ਦਿਲ ਲੋਕਾਂ ਲਈ ਧੜਕਦਾ ਹੈ ਉਹ ਲੈਫਟਿਸਟ ਹੁੰਦਾ, ਤੇ ਜਿਹਦਾ ਦਿਲ ਨਹੀਂ ਹੁੰਦਾ ਉਹ ਰਾਈਟਿਸਟ ਹੁੰਦਾ। ਤਾਂ ਉਸ ਵਰਗ ਵਿੱਚ ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ, ਆਪਣੇ ਲੋਕਾਂ ਵਾਸਤੇ ਇਹਨਾਂ ਦੇ ਵਿੱਚ ਇੱਕ ਜਜ਼ਬਾ ਹੈ।
और वो सारिਆਂ ਦਾ ਉਹ ਜਿਹੜਾ ਪੱਖ है वो उस है। और वो ਸਾਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਭੁੱਲ ਜਾਓ ਕਿਉਂਕਿ ਅਸੀਂ ਕਾਨੂੰਨ ਬਣਾਤਾ कि UAPA ਦੇ ਵਿੱਚ 6 ਸਾਲ ਤੋਂ ਬਾਅਦ ਸੋਚਾਂਗੇ ਕਿ ਇਹਦੀ ਜ਼ਮਾਨਤ ਦੇਣੀ ਕਿ ਨਹੀਂ ਦੇਣੀ। ਬਲ ਇੰਨਾ ਜ਼ੁਲਮੀ ਸ਼ਾयद ਅੰਗਰੇਜ਼ ਵੀ ਡਰਦਾ ਸੀ, ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਉਹ ਨਹੀਂ ਹੈ। ਫਿਰ ਮੈਨੂੰ ਦੂਜੀ ਗੱਲ, 2 ਭਗਤ ਸਿੰਘ ਦੇ ਹੋਰ ਲੇਖ ਕਦੀ ਪੜ੍ਹਨ ਵਾਲੇ ਨੇ ਕਿ ਪੁਲਿਸ ਦੀਆਂ ਕਮੀਨੀਆਂ ਚਾਲਾਂ, ਕਿ ਉਸ ਵੇਲੇ ਵੀ ਪੁਲਿਸ ਕਿਸ ਤਰ੍ਹਾਂ ਦੇਸ਼ ਭਗਤਾਂ ਨੂੰ ਫਸਾਉਂਦੀ ਸੀ। ਔਰ ਉਹਦੇ ਵਿੱਚ ਹੁਣ ਵੀ ਇਹ ਹੋਇਆ ਕਿ ਰੋਨਾ ਵਿਲਸਨ, ਇਹਨਾਂ ਸਾਰਿਆਂ ਨਾਲ ਕਿਤੇ ਨਾ ਕਿਤੇ ਅਸੀਂ ਸੰਬੰਧਿਤ ਰਹੇ ਹਾਂ, ਮਤਲਬ FDR ਨੇ ਉਹਨਾਂ ਨਾਲ ਕੰਮ ਕੀਤਾ। ਰੋਨਾ ਵਿਲਸਨ ਉਹ ਨੌਜਵਾਨ ਸੀ ਜਿਹੜਾ PhD ਕਰ ਰਿਹਾ ਸੀ, ਔਰ ਨਾਲ ਹੀ ਉਹ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ, ਜਿਹੜੇ ਰਾਜਨੀਤਿਕ ਕੈਦੀ ਨੇ, ਉਹਨਾਂ ਦੇ ਹੱਕ ਵਿੱਚ ਇੱਕ ਵੱਡੀ ਲਹਿਰ ਖੜੀ ਕਰਨ ਦਾ ਕੰਮ ਕਰਦਾ ਸੀ। ਉਹਨਾਂ ਨੇ ਪਹਿਲਾਂ ਉਹਦੇ ਤੇ 2 ਸਾਲ, ਹੁਣ ਪਤਾ ਲੱਗਾ ਕਿ 2 ਸਾਲ ਉਹਦੇ ਕੰਪਿਊਟਰ ਦੇ ਉੱਤੇ ਨਿਗਰਾਨੀ ਕੀਤੀ। ਜਦੋਂ ਕੁਝ ਨਹੀਂ ਲੱਭਾ ਤੇ ਉਹਨਾਂ ਨੇ ਚੁੱਪ ਕੇ ਗਏ ਉਹਦੇ ਕੰਪਿਊਟਰ ਵਿੱਚ 3-4 ਮਤਲਬ ਫਾਈਲਾਂ ਪਾਤੀਆਂ। ਹੁਣ ਜਦੋਂ, ਕਿਉਂਕਿ ਇੱਕ ਅਮਰੀਕਾ ਦੀ ਏਜੰਸੀ ਹੈ ਜਿਹੜੀ ਇਸ ਸਾਈਬਰ ਕ੍ਰਾਈਮ ਜਿਹਨੂੰ ਕਹਿੰਦੇ ਆਪਾਂ, ਉਹਦੇ ਤੇ ਬਹੁਤ ਉਹਦੀ ਮਤਲਬ ਜਿਹੜੀ ਹੈ ਉਹਨੂੰ ਪਛਾਣਿਆ ਜਾਂਦਾ। ਸਰਕਾਰ ਨੂੰ ਜਦੋਂ ਆਪ ਲੋੜ ਪਈ ਕਿ ਇਹਨਾਂ ਨੇ ਉਹਦੀ ਮਦਦ ਲਈ ਸੀ, ਜਦੋਂ ਦਿੱਲੀ ਬੰਬੇ ਦੇ ਹੋਏ, ਸਾਡੇ ਵਕੀਲਾਂ ਨੇ ਵੀ ਉਹਦੀ ਕਾਪੀ ਲਈ ਔਰ ਉਹਨਾਂ ਨੂੰ ਭੇਜੀ। ਉਹਨਾਂ ਨੇ 6 ਮਹੀਨੇ ਲਾ ਕੇ ਸਾਰਾ ਐਨਾਲਿਸਿਸ ਕੀਤਾ ਉਹਦਾ, ਔਰ ਇਹ ਦੱਸਿਆ ਕਿ ਇਹ ਉਹ ਫਾਈਲਾਂ ਨੇ ਜਿਹੜੀਆਂ ਇੰਪਲਾਂਟ ਕੀਤੀਆਂ ਗਈਆਂ ਨੇ, ਔਰ ਜਿਹਦਾ ਕੰਪਿਊਟਰ ਹੈ ਉਹਨੇ ਕਦੀ ਖੋਲ ਕੇ ਵੀ ਨਹੀਂ ਦੇਖੀਆਂ। ਤਾਂ ਉਹਦੇ ਬਹਾਨੇ ਮਤਲਬ ਉਹਨਾਂ ਨੇ ਬਣਾਤਾ ਕਿ ਜੀ ਬੜੀ ਵੱਡੀ ਸਾਜ਼ਿਸ਼ ਹੋ ਰਹੀ ਹੈ। ਜਦੋਂ ਕਿ ਜੇ ਭੀਮਾ ਕੋਰੇਗਾਂव ਦਾ ਤੁਸੀਂ ਐਕਚੁਅਲ ਕਿ ਉੱਥੇ ਮਤਲਬ ਜਿਹੜੀ ਹਿੰਸਾ ਕਰਨ ਵਾਲੇ ਕੌਣ ਸਨ, ਉਹ RSS ਹਿੰਦੂ ਮਹਾਸਮਾਜ, ਇਹਨਾਂ ਦੇ 2 ਲੋਕ ਸਨ ਜਿਹੜੇ ਕਈ ਸਾਰੇ ਮਤਲਬ ਆਪਣੇ ਮਤਲਬ ਹਿੰਦੂ ਸੋ ਕਾਲਡ ਹਿੰਦੂ ਮਤਲਬ ਉਹ ਵਲੰਟੀਅਰ ਨੂੰ ਲਿਜਾ ਕੇ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ। ਉਹਨਾਂ ਦੀ FIR ਦਰਜ ਕੀਤੀ ਗਈ ਉਹਨਾਂ ਦੇ ਉੱਤੇ, ਔਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ। ਕਹਿੰਦਾ ਕਿ ਬਿਲਕੁਲ ਜਿੱਦਾਂ JNU ਵਿੱਚ ਹੋਇਆ ਕਿ JNU ਤੇ ਹਮਲਾ ਕਰਨ ਵਾਲੇ ਇਹਨਾਂ ਦੇ ਲੋਕ, ਲੇਕਿਨ ਬਾਅਦ ਵਿੱਚ ਕੇਸ ਤੁਸੀਂ JNU ਦੇ ਵਿਦਿਆਰਥੀਆਂ ਦੇ ਬਣਾ ਦਿਓ। AMU ਵਿੱਚ ਮਤਲਬ ਉਹਨਾਂ ਦੀ ਲਾਇਬ੍ਰੇਰੀ ਬਰਬਾਦ ਕਰਨ ਵਾਲੇ ਇਹ ਲੋਕ, ਲੇਕਿਨ ਮੁਕੱਦਮਾ ਤੁਸੀਂ ਉਹਨਾਂ ਤੇ ਬਣਾ ਦਿਓ। ਦਿੱਲੀ ਵਿੱਚ ਜਿਹੜੇ ਦੰਗੇ ਕਰਾਏ ਗਏ ਉਹਦੇ ਵਿੱਚ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਵੀ ਤੁਸੀਂ ਮੁਲਜ਼ਮ ਬਣਾ ਦਿੱਤਾ। ਤਾਂ ਇਹ ਜਿਹੜੀ ਪੂਰੀ ਬਦਲੀ ਹੈ ਇਹਨੂੰ ਸਮਝਣ ਦੀ ਲੋੜ ਹੈ। ਤਾਂ ਉਹਦੇ ਵਿੱਚ ਮੈਨੂੰ ਲੱਗਦਾ ਸੀ ਕਿ ਭਗਤ ਸਿੰਘ ਦੀ ਜਿਹੜੀ ਆਖਰੀ ਚਿੱਠੀ ਹੈ ਉਹ ਸਾਨੂੰ ਇਹਦੇ ਬਾਰੇ ਵਿੱਚ ਬੜਾ ਸੰਖੇਪ ਦੱਸਦੀ ਹੈ ਕਿ ਸਰਕਾਰ ਦਾ ਤੇ ਲੋਕਾਂ ਦਾ ਰਿਸ਼ਤੇ 'ਚ ਕੀ ਪ੍ਰੋਬਲਮ ਹੁੰਦੀ। ਉਹ ਕਹਿੰਦੇ ਕਿ ਤੁਸੀਂ ਮਤਲਬ ਕਿਉਂਕਿ ਸਾਰੇ ਸਾਜ਼ਿਸ਼ ਵਿੱਚ ਨੇ, UAPA ਨੂੰ ਇੱਦਾਂ ਵਿਗਾੜ ਲਿਆ ਗਿਆ ਕਿ ਜਿਹੜੇ ਪਹਿਲਾਂ ਸੀ ਵੀ ਕਿਸੇ ਪਾਰਟੀ ਨਾਲ ਸੰਬੰਧਿਤ ਹੋ, ਇਸ ਕਰਕੇ ਤੁਹਾਡੇ ਉੱਤੇ ਮੁਕੱਦਮਾ ਕੀਤਾ ਜਾਏਗਾ, ਤੁਹਾਨੂੰ ਬੰਦ ਕੀਤਾ ਜਾਏਗਾ। ਲੇਕਿਨ ਹੁਣ ਉਹ ਕਹਿੰਦੇ ਨੇ ਨਹੀਂ, ਇੱਕ ਵਿਅਕਤੀ ਵੀ ਜਿਹੜਾ ਹੈ ਉਹ ਵੀ ਬਹੁਤ ਵੱਡਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਜੇ ਉਹਦੇ ਕੋਲੋਂ ਭਗਤ ਸਿੰਘ ਦੀ ਕਿਤਾਬ ਫੜੀ ਗਈ, ਜੇ ਉਹਦੇ ਕੋਲੋਂ ਕੋਈ ਕਿਤਾਬ ਫੜੀ ਗਈ ਤੇ ਤੂੰ ਇਹ ਕਿਉਂ ਪੜ੍ਹ ਰਿਹਾ ਸੀ। ਮੈਂ ਕਿਹਾ ਮੇਰੀ ਲਾਇਬ੍ਰੇਰੀ 'ਚ ਇੰਨੀਆਂ ਸਾਰੀਆਂ ਨੇ, ਮੇਰੇ ਤੇ ਪਤਾ ਨਹੀਂ ਕਿੰਨੇ ਬਣਨਗੇ, ਕਿਉਂਕਿ ਜੇ ਪੜ੍ਹਨਾ ਨਹੀਂ ਤੇ ਫਿਰ ਤੁਸੀਂ ਉਹ ਕਹਿੰਦੇ ਵੀ ਹੈ ਵੀ ਅਕਲ ਵੀ ਨਹੀਂ ਆਉਣੀ ਚਾਹੀਦੀ। ਲੇਕਿਨ ਇਹਦੇ ਜਿਹੜਾ ਭਗਤ ਸਿੰਘ ਦੀ ਆਖਰੀ ਚਿੱਠੀ ਗਵਰਨਰ ਨੂੰ ਲਿਖੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਤੇ ਇਲਜ਼ਾਮ ਲਗਾਇਆ ਕਿ ਅਸੀਂ ਜੰਗ ਲੜ ਰਹੇ ਹਾਂ। ਕਹਿੰਦੇ ਇੱਕ ਸਾਨੂੰ ਬੜਾ ਖੁਸ਼ੀ ਹੋਈ ਕਿ ਅਸੀਂ ਕਿੰਨੇ ਛੋਟੇ ਜਿਹੇ ਚੰਦ ਨੌਜਵਾਨਾਂ ਨੇ ਏਡਾ ਵੱਡਾ ਕੰਮ ਕਰ ਦਿੱਤਾ ਕਿ ਸਾਮਰਾਜ ਦੇ ਖਿਲਾਫ ਜੰਗ ਲੜੀਏ। ਲੇਕਿਨ ਕਿਉਂਕਿ ਤੁਸੀਂ ਤੁਹਾਡੀ ਅਦਾਲਤ ਨੇ ਜੰਗ ਦੀ ਗੱਲ ਕੀਤੀ ਹੈ ਤੇ ਇਹਨੂੰ ਸਮਝਣ ਦੀ ਲੋੜ ਹੈ ਇਹ ਜੰਗ ਕੀ ਹੈ। ਕਹਿੰਦੇ ਨਾ ਇਹ ਸਾਡੇ ਨਾਲ ਜੰਗ ਸ਼ੁਰੂ ਹੋਈ, ਨਾ ਇਹ ਸਾਡੇ ਨਾਲ ਖਤਮ ਹੋਣੀ ਹੈ। ਇਹ ਜੰਗ ਉਦੋਂ ਤੱਕ ਲੜੀ ਜਾਏਗੀ ਜਦੋਂ ਤੱਕ ਲੋਕਾਂ ਨੂੰ ਉਹਨਾਂ ਦੇ ਹੱਕ ਮਹਿਫੂਜ਼ ਨਹੀਂ ਹੁੰਦੇ, ਜਦੋਂ ਤੱਕ ਕਿਰਤੀ ਨੂੰ ਉਹਦੀ ਮਿਹਨਤ ਨਹੀਂ ਮਿਲਦੀ, ਕਿਸਾਨ ਨੂੰ ਉਹਦੀਆਂ ਫਸਲਾਂ ਦਾ ਮੁੱਲ ਨਹੀਂ ਮਿਲਦਾ, ਔਰ ਜਦੋਂ ਤੱਕ ਕੁਦਰਤੀ ਜਿਹੜੇ ਸਰੋਤ ਨੇ ਉਹ ਲੁੱਟੇ ਜਾਂਦੇ ਰਹਿਣਗੇ, ਉਹਨਾਂ ਚਿਰ ਤੱਕ ਇਹ ਸੰਘਰਸ਼ ਉਹ ਚੱਲਦਾ ਰਹੇਗਾ ਔਰ ਇਹ ਜੰਗ ਚੱਲਦੀ ਰਹੇਗੀ। ਔਰ ਮੈਂ ਕਹਿੰਦਾ ਸੀ ਇਸੇ ਸੰਦਰਭ 'ਚ ਆਪਾਂ ਦੇਖੀਏ ਕਿ 2014 ਤੋਂ ਬਾਅਦ ਪਹਿਲਾਂ ਵੀ ਹਲਕੀ ਜੰਗ ਸੀ, ਲੇਕਿਨ ਹੁਣ ਤੇ ਪੂਰੀ ਠੰਡੀ ਜੰਗ ਜਿਹਨੂੰ ਕੋਲਡ ਵਾਰ
मतलब ਆਪਾਂ ਦੇਖਿਆ ਕੋਲਡ ਵਾਰ ਦਾ ਪੀਰੀਅਡ ਉਹ ਲਾਗੂ ਹੋ ਗਈ। ਔਰ ਉਹਦੇ 'ਚ ਕੀ ਹੈ ਕਿ ਤੁਸੀਂ ਆਪਣੇ ਜਿਹਨੂੰ ਤੁਸੀਂ ਦੁਸ਼ਮਣ ਮੰਨਦੇ ਹੋ ਉਹਨੂੰ ਕਮਜ਼ੋਰ ਕਰਨਾ। ਔਰ ਮੈਂ ਪਿਛਲੇ ਦਿਨ 1857 ਦੀ ਇੱਕ ਘਟਨਾ ਤੇ ਕਿਸੇ ਨੇ ਮੇਰਾ ਧਿਆਨ ਦਵਾਇਆ ਤੇ ਜਦੋਂ ਮੈਂ ਉਹਦੇ 'ਚ ਪੜ੍ਹਿਆ ਤੇ ਉਹ ਕਹਿੰਦੇ ਵੀ 1857 ਵਿੱਚ ਅੰਗਰੇਜ਼ਾਂ ਨੂੰ ਇਹ ਸਮਝ ਲੱਗ ਰਹੀ ਸੀ ਕਿ ਸਾਡੇ ਸਭ ਤੋਂ ਵੱਡੇ ਦੁਸ਼ਮਣ ਆਮ ਲੋਕ ਨੇ, ਮਿਹਨਤ ਕਰਨ ਵਾਲੇ ਲੋਕ ਨੇ। ਇਹ ਮਤਲਬ 1896 ਦੀ ਲਿਖੀ ਹੋਈ ਕਿਤਾਬ ਹੈ। ਔਰ ਸਾਡੇ ਖਿਲਾਫ ਕਿਉਂਕਿ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਖੋਹ ਰਹੇ ਹਾਂ, ਅਸੀਂ ਉਹਨਾਂ ਨੂੰ ਕਮਜ਼ੋਰ ਕਰ ਰਹੇ ਹਾਂ, ਇਸ ਕਰਕੇ ਸਾਡੇ ਦੁਸ਼ਮਣ ਉਹਦੇ ਕਰਕੇ ਉਹਨਾਂ ਦੇ ਬੱਚੇ ਜਿਹੜੇ ਫੌਜੀ ਨੇ ਉਹ ਸਾਡੇ ਦੁਸ਼ਮਣ ਹੋਏ। ਇਹਦਾ ਮਤਲਬ ਹੈ ਕਿ ਹੁਣ ਆਪਾਂ ਜੇ ਇਹ ਸਾਰੇ ਢਾਂਚੇ ਨੂੰ 2014 ਦੀਆਂ ਨੀਤੀਆਂ 'ਚ ਦੇਖੀਏ ਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਜੰਗ ਕਿਵੇਂ ਹੈ। ਆਪਾਂ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹਾਂ, ਸਾਰਿਆਂ ਨੂੰ ਜਦੋਂ ਸਜ਼ਾ ਹੁੰਦੀ ਸੀ ਨਾਲ ਉਹਨਾਂ ਦੀ ਜਾਇਦਾਦ ਜ਼ਬਤੀ ਦਾ ਜ਼ਰੂਰ ਹੁੰਦਾ ਸੀ ਕਿਉਂਕਿ ਤੁਸੀਂ ਕਮਜ਼ੋਰ ਕਰਨਾ। ਮੈਂ ਕਿਹਾ ਭਗਤ ਸਿੰਘ ਦਾ ਪਰਿਵਾਰ 4 ਜਨਰੇਸ਼ਨ ਇਸ ਕਰਕੇ ਲੜ ਗਿਆ ਕਿ ਉਹਨਾਂ ਨੂੰ ਈਸਟ ਇੰਡੀਆ ਕੰਪਨੀ ਨੇ 1856 ਵਿੱਚ ਇੱਕ ਸੁਨੇਹਾ ਦਿੱਤਾ ਸੀ ਕਿ ਤੁਹਾਡੀ ਜ਼ਮੀਨ ਮਦੀ ਕੱਟਣਾ ਕਿਉਂਕਿ ਤੁਸੀਂ ਸਾਡੇ ਖਿਲਾਫ ਲੜੇ। ਮੈਂ ਕਿਹਾ ਉਹਨਾਂ ਨੇ ਉਹਨੂੰ ਦੂਜੀ ਤਰ੍ਹਾਂ ਪੜ੍ਹਿਆ ਕਿ ਕੋਈ ਗੱਲ ਨਹੀਂ, ਜੇ ਸਾਡੀ ਵਾਹੀ ਹੇਠ ਨਹੀਂ ਤੇ ਮਜ਼ਦੂਰਾਂ ਦੀ ਵਾਹੀ ਹੇਠ ਜਾਏਗੀ ਤਾਂ ਉਹਨਾਂ ਨੇ ਮਜ਼ਦੂਰ ਬਿਠਾ ਦਿੱਤੇ ਤੇ ਉਹਨਾਂ ਦੀ ਲੜਾਈ ਵਿੱਚ ਲੜਾਂਗੇ। तो ਇਹ ਕਮਜ਼ੋਰ ਕਰਨ ਦੀ ਜਿਹੜੀ ਨੀਤੀ ਹੈ ਇਹਨੂੰ ਵੀ ਇਹਦੇ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਉਹ ਜਿਹੜੀ ਲੜਾਈ ਲੜ ਰਹੇ ਨੇ ਅੰਦਰ ਬੈਠੇ ਹੋਏ ਵੀ ਔਰ ਉਹਨਾਂ ਦਾ ਜੇ ਤੁਸੀਂ ਇਕੱਲੇ ਇਕੱਲੇ ਦਾ ਆਪਾਂ ਮਤਲਬ ਕੰਟਰੀਬਿਊਸ਼ਨ ਗਿਣੀਏ ਤੇ ਉਹ ਕਿੰਨੀ ਮਹਾਨ ਹੈ। ਕਿ ਸਤਿਨ ਸਵਾਮੀ ਇੱਕ ਮਤਲਬ ਕ੍ਰਿਸਚਨ, ਉਹਨੂੰ ਲੱਗਾ ਕਿ ਆਦਿਵਾਸੀਆਂ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ, ਉਹ ਇੱਕ ਇੰਸਟੀਟਿਊਸ਼ਨ 'ਚ ਆਏ, ਡਾਇਰੈਕਟਰ ਹੋ ਗਏ। ਲੇਕਿਨ ਜਦੋਂ ਅਸਲ ਸਵਾਲ ਸਾਹਮਣੇ ਆਉਣ ਲੱਗੇ ਉਹ ਹੌਲੀ ਹੌਲੀ ਉਹਨਾਂ ਵਿੱਚ ਹੋ ਗਿਆ। ਜਿਹੜਾ ਆਪਣੇ ਕਹਿੰਦੇ ਨਾ ਕਿ ਰਾਂਝਾ ਰਾਂਝਾ ਕਰਦੀ ਮੈਂ ਆਪ ਹੀ ਰਾਂਝਾ ਹੋਈ, तो ਜਿਹੜਾ ਵੀ ਉਹਦਾ ਆਦਿਵਾਸੀਆਂ 'ਚ ਗਿਆ ਉਹਨਾਂ ਦੇ ਹਾਲਤ ਦੇਖ ਕੇ ਉਹ ਉਹਨਾਂ ਵਰਗਾ ਹੋ ਗਿਆ। ਇਹ ਉਹਨੇ ਗੁਨਾਹ ਕਰ ਲਿਆ ਕਿਉਂਕਿ ਉਹਨੇ ਉਹਨਾਂ ਦੀ ਜ਼ਿਆਦਾ ਹਮਦਰਦੀ ਕੀਤੀ। ਸੁਧਾ ਭਾਰਦਵਾਜ ਅਮਰੀਕਾ 'ਚ ਪੜ੍ਹੀ, ਬੜੀ ਮਤਲਬ ਕਾਬਲ ਕੁੜੀ ਸੀਗੀ, ਲੇਕਿਨ ਉਹਨੂੰ ਲੱਗਾ ਕਿ ਮੈਂ ਜਿੱਥੋਂ ਆਈ ਹਾਂ ਮੇਰੇ ਲੋਕਾਂ ਦਾ ਹਾਲ ਬਹੁਤ ਮਾੜਾ ਹੈ ਛੱਤੀਸਗੜ੍ਹ ਵਿੱਚ। ਉਹ ਉੱਥੋਂ ਛੱਡ ਕੇ ਇੱਥੇ ਆ ਗਏ ਔਰ ਵਕਾਲਤ ਕੀਤੀ। ਉਹ ਲੋਕਾਂ ਦੀਆਂ ਜਿਹੜੀਆਂ ਸਿਵਲ ਲਿਬਰਟੀ ਸੀ ਉਹਦੇ ਵਿੱਚ ਲੜਦੀ ਸੀ ਔਰ ਉਹਦੇ ਨਾਲ ਮੇਰੇ ਨਾਲ ਰਲ ਕੇ ਇੱਕ ਵਾਰੀ ਮਤਲਬ ਇੱਕ ਅਸੀਂ ਲਿਖਿਆ ਕਿ ਜਦੋਂ ਸ਼ਹੀਦ ਜੈਤਨ ਦਾਸ ਸ਼ਹੀਦ ਹੋਏ ਸੀ ਉਦੋਂ ਜੇਲ੍ਹਾਂ 'ਚ ਬੈਠੇ ਹੋਏ ਲੋਕਾਂ ਦੇ ਹੱਕ ਦੀ ਗੱਲ ਹੋਈ ਸੀ। ਹੁਣ ਇਹ ਵੀ ਇੱਕ ਬਹੁਤ ਸਿਤਮ ਹੈ ਕਿ ਸਿਰਫ ਫੜਿਆ ਹੋਇਆ ਨਹੀਂ ਹੈ 3 ਸਾਲ ਤੋਂ, ਉਹਨਾਂ ਨੂੰ ਆਮ ਕੈਦੀਆਂ ਨਾਲੋਂ ਵੀ ਮਾੜਾ ਵਿਹਾਰ ਕੀਤਾ ਜਾਂਦਾ ਹੈ। ਔਰ ਇਹ ਗੱਲ ਪ੍ਰੋਫੈਸਰ ਸਾਈਂ ਬਾਬਾ ਨਾਲ ਸ਼ੁਰੂ ਹੋਈ ਕਿ ਤੁਸੀਂ ਇੰਨੇ ਜ਼ਾਲਮ ਹੋ ਜਾਓ ਕਿ ਤੁਸੀਂ ਮਤਲਬ ਇੱਕ ਆਦਮੀ ਦਾ ਸਿਰਫ ਸਿਰ ਹੈ, ਉਸ ਸਿਰ ਤੋਂ ਡਰ ਲੱਗਦਾ, ਬਾਕੀ ਸਰੀਰ ਤੇ ਹੈ ਨਹੀਂ, ਲੇਕਿਨ ਉਹਨੂੰ ਤੁਸੀਂ ਉੱਦਾਂ ਦੇ ਤਸੀਹੇ ਦਿਓ, ਉੱਦਾਂ ਦੀ ਜੇਲ੍ਹ ਰੱਖੋ। ਮੈਂ ਕਿਹਾ ਇਹੀ ਜੰਗ ਤੇ ਭਗਤ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਸੀ ਕਿਉਂਕਿ ਸਾਨੂੰ ਘੱਟੋ ਘੱਟ ਅਸੀਂ ਜਿਹੜੇ ਵਿਚਾਰਾਂ ਦੇ ਕੈਦੀ ਹਾਂ, ਪੋਲੀਟੀਕਲ ਕੈਦੀ ਹੋਏ ਜਿਹੜੇ ਵਿਚਾਰਾਂ ਕਰਕੇ, ਸਾਨੂੰ ਤੁਸੀਂ ਇਨਸਾਨੀ ਜਿਹੜੇ ਰਿਸ਼ਤੇ ਉਹ ਨਹੀਂ ਤੋੜ ਸਕਦੇ ਕਿਉਂਕਿ ਫਾਸਿਜ਼ਮ ਨੂੰ ਹਰਾਉਣ ਤੋਂ ਬਾਅਦ ਦੁਨੀਆ ਨੇ ਇੱਕ ਸਬਕ ਸਿੱਖਿਆ ਸੀ ਕਿ ਅੱਜ ਤੋਂ ਬਾਅਦ ਕਿਸੇ ਵੀ ਰਾਜ ਦਾ ਜਿਹੜਾ ਹੈ ਉਹ ਵਸਨੀਕ ਗੁਲਾਮ ਨਹੀਂ ਹੈ, ਉਹ ਇੱਕ ਇਨਸਾਨੀ ਬਰਾਬਰੀ ਦਾ ਹਿੱਸਾ ਹੈ। ਇਸ ਕਰਕੇ ਹਰ ਇਨਸਾਨ ਨੂੰ ਉਹ ਹੱਕ ਮਿਲਣੇ ਚਾਹੀਦੇ। ਇਹਨਾਂ ਦੇ ਉਹ ਇਨਸਾਨੀ ਹੱਕ ਵੀ ਰੋਕੇ ਹੋਏ। ਪਿਛਲੇ ਦਿਨੀ ਇਹਨਾਂ ਦੇ ਪਰਿਵਾਰਾਂ ਨਾਲ ਜਦੋਂ ਹੋਇਆ ਕਿਉਂਕਿ ਉਹਨਾਂ ਨੂੰ ਡਾਇਰੈਕਟਲੀ ਉਹਨਾਂ ਦੇ ਹਾਲਤ ਦੇ ਬਾਰੇ ਪਤਾ ਲੱਗਦਾ ਹੈ ਤੇ ਉਹਨਾਂ ਨੇ ਜਿਹੜਾ ਦੱਸਿਆ ਕਿ ਉਹ ਜਿੱਦਾਂ ਜੇਲ੍ਹਾਂ 'ਚ ਨੇ ਉਹ ਜੇਲ੍ਹਾਂ ਦੀਆਂ ਛੱਤਾਂ ਲੀਕ ਕਰਦੀਆਂ ਔਰ ਉਹ ਸੌਣ ਵਾਸਤੇ ਵੀ ਉਹ ਜ਼ਮੀਨ ਨਹੀਂ ਹੈ ਔਰ 40-40 ਬੰਦੇ ਇੱਥੇ ਠੂਸੇ ਹੋਏ ਨੇ। ਉਹਦੇ 'ਚ ਜੇ ਅੱਖ ਦੀ ਇਨਫੈਕਸ਼ਨ ਹੋ ਗਈ ਮਤਲਬ ਸਾਥੀ ਗੈਟਲ ਨੂੰ, ਉਹਦੇ ਕੋਲ ਪਾਣੀ ਨਹੀਂ ਹੈ ਸਾਫ਼ ਕਿ ਉਹ ਆਪਣੀ ਅੱਖ ਨੂੰ ਧੋ ਸਕੇ। ਤਾਂ ਇਹ ਜਿਹੜਾ ਜ਼ੁਲਮ ਦਾ ਇੰਤਿਹਾਰ ਹੈ। ਔਰ ਫਿਰ ਭਗਤ ਸਿੰਘ ਉਹਨਾਂ ਦਾ ਜਲਿਆਂਵਾਲੇ ਬਾਗ ਦੇ ਉੱਤੇ ਲਿਖੀ ਹੋਈ ਗਜ਼ਲ ਦਾ ਸ਼ੇਰ ਕਿ ਉਸੇ ਫਿਕਰ ਹੈ ਹਰਦਮ ਕਿ ਨया ਤਰਜ਼ ਜਫਾ ਕਿਆ ਹੈ, ਕਿ ਜ਼ੁਲਮ ਕਰਨ ਦਾ ਫਿਕਰ ਹੈ ਉਹਨੂੰ, हमें शौक है कि देखें सितम की इंतहा क्या है। लेकिन ये बस उन्होंने और जैसे सत्य स्वामी ने कहा कि ठीक है तुसी मेरे ते जो मर्जी जुल्म कर लो, मैं झुकण वाला नहीं हाँ। वो 84-85 साल का तो ये जिहड़े साथी ने एक स्पिरिट है वो साडे उस अकीदे दी
ਜਿਹਦੇ ਵਿੱਚ ਇਸ ਜੰਗ ਦੇ ਉਹ ਮੋਹਰੀ ਨੇ। ਹੁਣ ਜੰਗ ਕਿੱਦਾਂ ਹੈਗੀ ਹੈ? ਕੱਲ੍ਹ ਹੀ ਇੱਕ ਖਬਰ ਆਈ ਕਿ ਜੀ 4.1 ਬਿਲੀਅਨ ਡਾਲਰ ਵਿਦੇਸ਼ਾਂ ਵਿੱਚ ਖਾਣ ਵਾਲੀਆਂ ਚੀਜ਼ਾਂ ਵੇਚ ਕੇ ਕਮਾਇਆ ਗਿਆ। ਪਤਾ ਲੱਗਾ ਤੁਹਾਨੂੰ ਕਿੰਨਾ ਹੁੰਦਾ ਹੈ? ਪਹਿਲਾਂ ਤਾਂ ਮੈਨੂੰ ਲੱਗਾ ਕਿ ਵੀ ਇਹ ਡਾਲਰ ਕਿੱਥੋਂ ਸਾਡੀ ਕਰੰਸੀ ਹੋ ਗਈ। ਸਰਕਾਰ ਕਦੀ ਰੁਪਈਆਂ 'ਚ ਗੱਲ ਨਹੀਂ ਕਰਦੀ, ਉਹ ਡਾਲਰਾਂ 'ਚ ਗੱਲ ਕਰਦੀ। ਕਹਿੰਦੇ ਜੀ ਅਡਾਨੀ ਦੀ ਜਾਇਦਾਦ ਇਹਨਾਂ ਦਿਨਾਂ ਵਿੱਚ 4.3 ਬਿਲੀਅਨ ਡਾਲਰ ਹੋ ਗਈ। ਤਾਂ ਮੈਨੂੰ ਲੱਗਾ ਕਿ ਵੀ ਇਹ ਤੇ ਸਾਡੇ ਤੇ ਬਿਲੀਅਨ ਡਾਲਰ ਕੀ ਹੁੰਦਾ। ਹੁਣ ਇਹ ਜਿਹੜਾ ਕਿਉਂਕਿ ਆਪਾਂ ਕਿਸਾਨੀ ਦੇ ਨਾਲ ਵੀ ਜਿਹੜਾ ਸਭ ਤੋਂ ਇੱਕ ਕਾਨੂੰਨ ਹੈ ਉਹ ਖਾਣ ਵਾਲੀਆਂ ਚੀਜ਼ਾਂ ਦਾ ਜਿਹੜਾ ਹੈ ਉਹਦੇ ਉੱਤੇ ਰੋਕਤੀ, ਉਹਨੂੰ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਵੇਚੋ। ਉਹਦੀ ਪਹਿਲਾਂ ਵੈਸੇ ਆਪਾਂ ਇੱਕ ਜਿਹੜੀ ਸਜ਼ਾ ਥੋੜ੍ਹਾ ਜਿਹਾ ਨੁਕਸਾ ਦੇਖ ਚੁੱਕੇ ਹਾਂ, ਜਦੋਂ ਪਿਆਜ਼ ਤੇ ਆਲੂ 100 ਰੁਪਈਏ ਤੇ ਮਤਲਬ ਆਲੂ 60 ਰੁਪਈਏ ਹੋਏ, ਉਦੋਂ ਉਹਨਾਂ ਨੇ ਕਿਹਾ ਸੀ 27,500 ਕਰੋੜ, ਗਲਤੀ ਨਾਲ ਕਰੋੜਾਂ ਰੁਪਈਆਂ 'ਚ ਕਹਿ ਬੈਠੇ। ਜਿਹੜਾ 4.1 ਬਿਲੀਅਨ ਡਾਲਰ ਹੈ ਉਹ ਕਿੰਨਾ ਬਣਦਾ? ਉਹ 3,07,000 ਕਰੋੜ ਰੁਪਏ ਬਣਦਾ ਹੈ। ਤੇ ਮੈਨੂੰ ਇਹ ਕਹਿੰਦਾ ਵੀ ਇਹ ਕਿੰਨਾ ਹੁੰਦਾ? ਮੈਂ ਕਿਹਾ ਇੱਦਾਂ ਸਮਝੋ ਕਿ ਪੰਜਾਬ ਦੀ ਆਬਾਦੀ ਹੈਗੀ 3 ਕਰੋੜ, ਹਰ ਇੱਕ ਦੇ ਸਿਰ ਦੇ ਉੱਤੇ 1,07,000 ਰੁਪਈਆ ਵਾਰ ਕੇ ਉਹਨਾਂ ਨੇ ਆਪਣੀ ਜੇਬ 'ਚ ਪਾ ਲਿਆ। ਤੁਹਾਡੀ ਪੈਦਾਵਾਰ ਬਾਹਰ ਵਿਦੇਸ਼ਾਂ 'ਚ ਵੇਚ ਕੇ ਕਮਾ ਲਿਆ। ਇਹਦਾ ਮਤਲਬ ਹੈ ਕਿ ਸਾਡੀ ਆਪਣੀ ਬੱਚਿਆਂ ਦੀ ਖੁਰਾਕ ਜਿਹੜੀ ਹੈ ਉਹਦੀ ਚਿੰਤਾ ਨਹੀਂ ਹੈ, ਉਹਨਾਂ ਨੂੰ ਪੈਸਾ ਕਮਾਉਣ ਦੀ ਚਿੰਤਾ ਹੈ। ਇਸੇ ਕਰਕੇ ਇਸ ਕਾਨੂੰਨ ਨਾਲ ਬਹੁਤ ਚਿੰਬੜੇ ਹੋਏ। ਇੱਕ ਬੰਦੇ ਕਹਿੰਦੇ ਰਹੇ ਕਿ ਜੀ ਮਤਲਬ ਹਾਈ ਕੋਰਟ ਨੇ ਰੋਕ ਲਾਤੀ ਹੈ, ਲੇਕਿਨ ਇਸ ਕਾਨੂੰਨ ਤੇ ਰੋਕ ਨਹੀਂ ਲੱਗੀ। ਉਹਦੇ ਦੂਜੇ 2 ਕਾਨੂੰਨ ਨੇ ਉਹ ਆਉਣ ਵਾਲੇ ਸਮੇਂ ਦਾ ਇੱਕ ਭਵਿੱਖ ਮਾਤਰ ਕਾਨੂੰਨ ਹੈ, ਲੇਕਿਨ ਇਹ ਕਾਨੂੰਨ ਜਿਹਦਾ ਉਹ ਪੂਰੀ ਤਰ੍ਹਾਂ ਫਾਇਦਾ ਉਠਾ ਰਹੇ ਨੇ ਔਰ ਵਿਦੇਸ਼ਾਂ ਵਿੱਚ ਖਾਣ ਵਾਲੀਆਂ ਚੀਜ਼ਾਂ ਵੇਚ ਕੇ ਮਤਲਬ ਬਣਾ ਰਹੇ। ਤਾਂ ਇਹ ਜੰਗ ਹੈ। ਇਹ ਜੰਗ ਉਦੋਂ ਵੀ ਹੈ ਜਦੋਂ ਮਜ਼ਦੂਰਾਂ ਦੀ ਮਜ਼ਦੂਰੀ ਖੋਈ ਗਈ। ਮੈਂ ਕਿਹਾ ਇੱਕ ਆਲਟਰਨੇਟਿਵ ਵੈਸੇ ਕੇਰਲਾ ਨੇ ਰੱਖਿਆ ਕਿ 700 ਰੁਪਈਆ ਰੋਜ਼ਾਨਾ 8 ਘੰਟੇ ਦੀ ਡਿਊਟੀ ਦੀ ਜਿਹੜੀ ਹੈ ਘੱਟੋ ਘੱਟ ਵੇਜ ਹੈ, ਪਰ ਉਹਨਾਂ ਨੇ ਹਿੰਮਤ ਕੀਤੀ ਹੈ। ਲੈਟ ਅਸ ਹੋਪ ਫਾਰ ਇਟ। ਲੇਕਿਨ ਇਹਨਾਂ ਨੇ ਜਿਹੜੇ ਕਾਨੂੰਨ ਮਜ਼ਦੂਰਾਂ ਤੋਂ ਹਟਾਏ ਉਹਦੇ ਵਿੱਚ 176 ਰੁਪਏ ਉਹ ਫਲੋਰ ਵੇਜ ਕਰ ਰਹੇ। ਔਰ ਨਾਲ ਹੀ ਹੈ ਕਿ ਤੁਹਾਡੇ ਕੰਮ ਦਾ ਕੋਈ ਮਤਲਬ ਨਹੀਂ ਹੈ ਕਿ 8 ਘੰਟੇ 10 ਘੰਟੇ 12 ਘੰਟੇ ਜਿੰਨੇ ਮਰਜ਼ੀ ਲਓ। ਔਰ ਕੱਲ੍ਹ ਹੀ ਇੱਕ ਰਿਪੋਰਟ ਆਈ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਭੈਣਾਂ ਨੂੰ ਹੋਇਆ, ਕਿਉਂਕਿ ਜਿਹੜੀ ਉਹਨਾਂ ਦੀ ਨੌਕਰੀ ਸੀ ਉਹਦੇ ਵਿੱਚ 25% ਫਾਲ ਹੈ, ਉਹਦੇ 'ਚ ਮਤਲਬ ਨੌਕਰੀਆਂ ਘਟੀਆਂ। ਇਹਨੂੰ ਇੱਕ ਦੂਜੇ ਤਰੀਕੇ ਨਾਲ ਤੁਸੀਂ ਦੇਖੋ ਕਿ ਪਹਿਲਾਂ ਸਭ ਤੋਂ ਪਹਿਲਾਂ ਨੋਟਬੰਦੀ ਹੋਈ। ਨੋਟਬੰਦੀ ਦੇ ਮਗਰ ਔਰ ਮੈਨੂੰ ਉਦੋਂ ਵੀ ਉਹਦਾ ਖਿਆਲ ਆ ਰਿਹਾ ਸੀ, ਮੇਰੇ ਸਾਹਮਣੇ ਅੱਜ ਵੀ ਉਹਦਾ ਸੀਨ ਹੈ ਕਿ ਮੇਰੇ ਦਿਮਾਗ 'ਚ ਬਹੁਤ ਖਿਆਲ ਨੇ, ਅਜੇ ਤੇ ਮੈਂ ਇੱਕ ਵਰਤਿਆ ਔਰ ਉਹ ਚੁੱਪ ਚਪੀਤੇ ਵਰਤਿਆ। ਕੀ ਹੈ ਉਹ? ਨੋਟਬੰਦੀ ਦਾ ਅਸਲ ਹਮਲਾ ਕਿਹਦੇ ਤੇ ਸੀ? ਕਿਸੇ ਬਲੈਕ ਮਨੀ ਤੇ ਨਹੀਂ ਸੀ। ਅਸਲ ਹਮਲਾ ਸਾਡੇ ਘਰ ਦੀ ਜਿਹੜੀ ਬੱਚਤ ਸੀ ਉਹਦੇ ਤੇ ਸੀ। ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਦਾਦੀਆਂ ਨੇ ਸਿੱਖਿਆ ਸੀ ਕਿ ਘਰ ਵਿੱਚ ਰੋਟੀ ਤਾਂ ਬਣਨੀ ਹੈ, ਉਦੋਂ ਆਦਮੀ ਨੇ ਰੋਟੀ ਪੁੱਛਣੀ ਹੈ, ਉਹਨੇ ਇਹ ਨਹੀਂ ਦੱਸਣਾ ਕਿ ਕਿੱਥੋਂ ਆਉਣੀ ਹੈ, ਲੇਕਿਨ ਉਹਦੇ ਲਈ ਬੱਚਤ ਕਰਦੀ ਸੀ। ਔਰ ਇਹਨਾਂ ਦੇ ਆਪਣੇ ਅੰਕੜਿਆਂ ਵਿੱਚ ਹੀ ਐਤਕੀ ਜਿਹੜਾ ਸਰਵੇ ਸੀ ਕਿ ਜਿੱਦਣ ਨੋਟਬੰਦੀ ਕੀਤੀ ਉਹਦੇ ਤੋਂ ਪਹਿਲਾਂ 30% ਦੀ ਬੱਚਤ ਸੀ ਲੋਕਾਂ ਦੇ ਹੱਥਾਂ ਵਿੱਚ, ਔਰ ਹੁਣ ਉਹ 30% ਖਤਮ ਹੋ ਗਈ। ਇਹਦਾ ਮਤਲਬ ਹੈ ਕਿ ਘਰ ਨੂੰ ਸੁਰੱਖਿਅਤ ਕਰ ਦਿੱਤਾ ਗਿਆ। ਸਾਡੀਆਂ ਮਾਵਾਂ ਭੈਣਾਂ ਦੀ ਜਿਹੜੀ ਮਤਲਬ ਉਹਨਾਂ ਕੋਲ ਬੱਚਤ ਸੀ ਉਹ ਖੋ ਲਈ। ਫਿਰ ਉਹ ਤੋਂ ਬਾਅਦ ਇੱਕ ਹਮਲਾ ਹੋਇਆ ਕਿ ਜਦੋਂ ਕਰੋਨਾ ਆਇਆ, ਔਰ ਉਦੋਂ ਪਤਾ ਸੀ ਹੁਣ ਵਾਲੇ ਕਰੋਨਾ ਤੋਂ ਥੋੜਾ ਡਿਫਰੈਂਟ ਸੀ ਕਿ ਉਹ ਹਵਾਈ ਜਹਾਜ਼ ਤੇ ਉਤਰ ਰਿਹਾ ਸੀ। ਹਵਾਈ ਜਹਾਜ਼ ਤੇ ਬੰਦਸ਼ ਨਹੀਂ ਲਾਈ, ਉੱਥੇ ਨਹੀਂ ਫੜਿਆ। ਜਿਨ੍ਹਾਂ ਦੇਸ਼ਾਂ ਨੇ, ਵੀਅਤਨਾਮ ਨੇ ਉਹਨੂੰ ਉੱਥੇ ਫੜ ਲਿਆ, ਉਹਨਾਂ ਨੇ ਇੱਕ ਵੀ ਕੇਸ ਆਪਣੇ ਉੱਥੇ ਹੋਣ ਨਹੀਂ ਦਿੱਤਾ। ਲੋਕਾਂ ਦੀ ਚੇਤਨਤਾ ਵਧਾਈ, ਨਾਲ ਉਹਨੂੰ ਉੱਥੇ ਫੜ ਲਿਆ। ਇਹਨਾਂ ਨੇ ਉਹਨਾਂ ਨੂੰ ਨਹੀਂ ਫੜਿਆ, ਤੁਹਾਨੂੰ ਸਾਰਿਆਂ ਨੂੰ 1.5 ਮਹੀਨਾ ਬੰਦ ਕਰਤਾ ਕਿ ਘਰਾਂ ਤੋਂ ਬਾਹਰ ਨਾ ਨਿਕਲਿਓ ਕਿਉਂਕਿ ਬਾਜ਼ਾਰ 'ਚ ਕਰੋਨਾ ਫਿਰ ਰਿਹਾ। ਔਰ ਉਹਦਾ ਅਸਰ ਕੀ ਹੋਇਆ ਕਿ ਜਿਹੜੀ ਮਜ਼ਦੂਰਾਂ ਦੇ ਕੋਲ ਉਹਨਾਂ ਦੀ ਬੱਚਤ ਸੀ 1000-2000 ਰੁਪਏ, ਜਿੰਨਾ ਚਿਰ ਤੱਕ ਉਹ ਬੱਚਤ ਨਾਲ ਗੁਜ਼ਾਰਾ ਚੱਲਦਾ ਰਿਹਾ ਉਹ ਘਰਾਂ 'ਚ ਬੈਠੇ ਰਹੇ। ਲੇਕਿਨ ਫਿਰ ਉਹ ਅੱਕ ਕੇ ਸੜਕਾਂ ਤੇ ਆ ਗਏ। ਆਪਾਂ ਉਹ ਸੀਨ
सड़कों से देखे, लेकिन उन्हें बड़े वधिया करैक्टर भी दिखाए कि साडी एक कुड़ी 14-15 सालों की जिहड़ी है वो 700 मील साइकिल से अपने बीमार प्यो नूं अपने पिंड लै जाती है। पर वो वक्री गल है, लेकिन इन्होंने अपने वालों मतलब वो कमजोरी करना चाहे। उस तो बाद दूजा हमला जिहड़ा हुण किरती कानूनां दे उत्ते कर लिया कि तुहाडे सारे हक जिहड़े हुण तक लड़के लए ने वो खोल। तो ये इस तरह ही गल ही एक हैगा कि जिहड़े भी लोग पेंशन वाले ने, हालांकि उन्होंने वो जिक्र नहीं किया कि किहड़े खास महकमियां विच, लेकिन वो कोई भी गल नहीं बोल सकते, वो कोई गल नहीं लिख सकते। इसका मतलब यह है कि कोई बोलण का मतलब हक जिहड़ा है वो नहीं होना। तो ये इस करके उहदे चों ये किसानां दा सारा और उहदे चों अपनी एक बड़ी वधिया जिहड़ी मतलब है एक मतलब अपना मतलब ये निकलिया कि किसानां ने एक नवां सभ्याचार, किसान किरतियां ने एक नवां सभ्याचार जिहड़ा है वो दिता, जुड़ के बहण दा, जुड़ के फैसले करन दा, और उस नाल आपां इहदा जवाब दे। तो इस करके जो आप उस जंग दे विच देखांगे तां आपां नूं पता लगेगा कि यूनिवर्सिटियां नूं क्यों उजाड़िया जा रहा। और मैनूं बड़ा अज भी वो मेरे दिमाग च घूमदा है, जदों पहला JNU विच इन्हां ने वो रौला पा के मतलब इन्हां प्रचार किया कि जी वो तो बड़े देश भरोई ने, क्योंकि वो आज़ादी मतलब जिहड़ी है वो दूजा नारा ला रहे थे इन्हां ने। और उदों जैतली ने एक खड़े होकर कहा सी कि असी अति जंग जित लई है। ये अपने शब्द ने कि अति जंग जित लई असी, इसका मतलब जंग तुसीं उधर शुरू की सी जिदण तुसीं सोच वालियां। और JNU का की कसूर है कि JNU विच पढ़न वाले मुंडे कामियां बच्चों के मुंडे ने, 1500 रुपया फीस है। और साडे जिहड़े दोस्त उत्थे पढ़ाउंदे ने वो कहते बहुत सारे कोल तो 1500 रुपए की भी काबिलियत नहीं होती, मैं अपनी जेब चो दे के दूँ। और वो जो PhD करता है तो फिर वो बाप बन जाता है, क्योंकि उन्हें समझ आ गई वो अपनी जमीन से खड़ा होके जो सोचवान बनता है वो सब तो खतरनाक होता है। इसे विच ही मतलब मुड़ के जी है जामिया मिलिया इस्लामिया यूनिवर्सिटी जी है वो हमला किया गया। मैं क्या भी शायद सिंबॉलिक सी कि जो उन्होंने उन्होंने लाइब्रेरी ढाउण बड़े और वो कुड़ियां ने अपने साथियों को बचाने लई वो ढाल बन के खड़ियां, लेकिन उन्होंने उत्ते ही मुड़ के UAPA लगाता गया। तो ये जो पूरा एक प्रोसैस है इनू आप समझांगे तो वो बदलवी जी इतिहास की दसता है उन्होंने आप समझ सकते हैं। इस तरह ये अलीगढ़ मुस्लिम यूनिवर्सिटी है, हैदराबाद सेंट्रल यूनिवर्सिटी है, सारिया सेंट्रल यूनिवर्सिटियों। और अज जो एक होर बहुत ही मतलब जंग का अगला कदम है वो है कि तुहाडा बच्चों का विद्या का हक तुहाडे तो खो लेना। वो कहते जी असीं एक नैशनल एजुकेशन पॉलिसी बनाती। मेरे मन च आया कि आपको शायद ये भी दिखाड़ा करने की लोड़ है कि पॉलिसी दे विच ते योजना विच की फर्क होंदा है। पॉलिसी दे मगर योजना लुकी होंदी है, जिन्होंने मैं कहना कि नीति विच एक बदनीति होंदी है, लेकिन योजना विच होंदा कि तुसीं 5 सालां विच किधर नूं जाना की करना वो सारा साफ साफ दिता होंदा। लेकिन इन्हां दी जिहड़ी योजनाबंदी है उहदे विच यही है कि तुसीं कमज़ोर करो लोकां नूं, जिहड़ा भी कोई बोलण वाला है उन्होंने कमज़ोर करो। और ये विचों ये बदनीति निकलती है। हुण तुसीं इहदा एक जिहड़ा नैशनल एजुकेशन पॉलिसी का की हो रहा तुहाडे कोल कदी तुसीं सुणिया कि वो कहते जी जिद्दां डिफेंस पॉलिसी बनती है, जिद्दां साडी मतलब होर पॉलिसियां होंदियां ने, विदेश पॉलिसी होंदी है, वो असीं लोकां नाल थोड़ा डिस्कस करदे हां। ये बराबर कि नैशनल एजुकेशन पॉलिसी लोकां नाल नहीं बनती। जो उन्होंने वो रिपोर्ट बनाई है वो सारा तमाशा किया, लेकिन अखीर से तोता की निकलिया कि तुसी लोकां नूं बच्चों नूं पढ़ाई का हक नहीं देना। कल तक जिहड़ा मतलब सुरक्षित गिणिया जाता सी कि साडे दलित बच्चे जिहड़े ने उन्होंने स्कॉलरशिप मिलेगा, उन्होंने वो स्कॉलरशिप आने वाली बेटा कर लिया। हुण भी झगड़ा हो रहा है कि भी बच्चों नूं पढ़ाई का हक किवें खोया जाए। प्लस कारपोरेट नूं लै आओ, वड्डियां यूनिवर्सिटियां बाहरों आ जाण, क्योंकि हुण मुंडे साडे बाहर नूं दौड़ रहे हैं शायद इस आस विच कि कोई गवा जावांगे उत्थे साडा। लेकिन हुण कहंदे भी तुहाडे मुंडे नहीं सानूं चाहीदे, साडे पैसे चाहीदे। और इस करके तुसीं वो यूनिवर्सिटी जिहड़ी इत्थे खुलेगी और नाल उन्होंने कहता कि इस यूनिवर्सिटी उत्ते
कितनी फीस रखनी है, की पढ़ाना है, वो उत्ते साडा नहीं होएगा। और ये जिहड़ा है ये पूरा, और तो मैनू सैयद नज़म हुसैन की एक गल याद आ रही थी कि सारे ये जिहड़े निरंकुश राग ने, ये जिहड़े मतलब फासीवादी आप जो कहने वो है कि वो राज की चाहते हैं, कहता चाहते हैं कि नौजवान बंद सिफरे बन के रहन, बाहरों बंद तो अंदरों सखने। तो ये उहदा हमला है। और ये तुसी देखो कि हर रोज़ लोगों के हमले हकों के उत्ते लोगों को कमज़ोर करने की नीति नाल हमले हो रहे हैं। जिद्दां एक बारी रेडियो उत्ते गल हो गई, किसी ने मेरा सामना कराता, जिहड़ा अजकल नड्डा इन्हां दा प्रेजिडेंट है, वो बड़े माण देखो जो होर कोई गल ना आवे फिर अपना प्रचार शुरू कर लेंगे। गल को होर हो रही थी, वो कहते नहीं जी असीं बड़ा काम किया, देखो असीं बड़ा महिलावां नूं बड़ा इज्जत मान दिंदे हैं, असीं 7 करोड़ महिलावां नूं गैस के सिलेंडर देते। मैं कहा मैनू इंप्रैस नहीं करती तेरी गल, मैं कहा इंप्रैस नहीं करती, क्योंकि जे तू मैनू ये कहता कि 7 करोड़ महिलावां नूं 2000 रुपया कमाउण दे काबिल बना दिता है तो मैं तेनू सल्यूट करदा। लेकिन तू गैस सिलेंडर की मार्केट वधाई है, महिलावां नूं उहदे विच फसाया है, और उहदे कोल जो पैसे नहीं है तो वो सिलेंडर तुहाडा सिलेंडर तुसीं पाप सुट्टदे। लेकिन ये भी एक नीति सी, और यही फर्क है जो आप कहते हैं ना कि फासीवाद राज जिहड़ा है वो लोगों को कमज़ोर करके निर्भर बना के, और किते आपां नूं भी सोचना पैना कि जिहड़ा जिन्होंने ग्रीन रेवोल्यूशन कहा सी आपां किते उत्ते वक्री गल करांगे, वो भी अखीर ते कमज़ोर करन दा एक तरीका सी जिहदे चों करजे च फसे मतलब होर होया, वो एक वखरा। और वो जो फेल होया उदों साडे कोल है, मेरे को डॉक्यूमेंट है कि जो सैकंड वर्ल्ड वार सी उदों रॉकफेलर जिदा अज दी कारपोरेट ने उन्हें सोचा कि सब तो लाहेवंद जिहड़ा है और लोगों के काबू करने का जिहड़ा है वो खुराक का तरीका है। और उन्होंने उत्ते शुरू किया 65 में उसका चैप्टर है कि इत्थे ग्रीन रेवोल्यूशन स्टार्ट होया, इत्थे ग्रीन रेवोल्यूशन खत्म हो गया, उदों फिर वो हिंदुस्तान लग गया। हालांकि मैनूं अजे तक वो जिहड़ी उक्ति है शायद साडी तुसीं ते जिन्हां भी मेरे आले ने कि जो लाल बहादुर शास्त्री ने कहा कि सोमवार को रोटी बंद कर दो, मतलब वो क्राइसिस कदों आया सीगा, क्यों आया, मैनूं अजे तक उहदे ते कोई डॉक्यूमेंट नहीं मिले। लेकिन ये जरूर मिल गया कि इमीडिएटली उस क्राइसिस तो बाद इन्हां ही कारपोरेट ने अमेरिकन कारपोरेट ने 8 अपने साइंटिस्ट भेजे ये दसन लई कि तुहाडी बीमारी का इलाज की है, और वो बीमारी साडे गल आ गई। तो कहने का भाव है कि भी जदों अज असीं इन्हां बहादुर साथियों नूं याद कर रहे हैं और उन्होंने वास्ते असीं ये प्रेयर भी कर रहे हैं और उन्होंने स्नेह भी भेज रहे हैं कि वो अगर जेल में लड़ रहे हैं असीं उन्होंने मैदान में कायम रखांगे। और इस जंग नूं मतलब हराउणा किवें, ਉਹਦਾ ਇੱਕੋ ही है कि जे वो कमज़ोर करना चाहते हैं तो लोग ताकतवर हो, लोग ताकतवर तां होणगे जिहड़ा मैनूं कई बारी जिहड़ा मकान शहीद भगत सिंह का जद्दी मकान है वो मगर एक कहानी है कि वो 1858 भगत सिंह के दादा जी ने बनाया। जो बना रहे थे तो कहते जी मैं दीवान खाना बना रहा, लोगों ने कहा भी इसका की मतलब है, थोड़ी हवेली एडी वड्डी है सारा पिंड इकट्ठा हो सकता। वो कहते हवेली की प्रॉब्लम यह है कि जो तुम मेरी हवेली चाहोगे तो तुम बाबे की उंगली वाल देखते रहोगे, तुम आप नहीं सोचोगे। इस करके ये साझा थां बनाया दीवान खाना ताकि सरकार आउंदियां जांदियां रहणगियां। मतलब तुहाडा मसला उदों हल होना जो तुम मसले पे बह के इकट्ठे अंगोगे, और जो तुम अंग लिया फिर वह मसला हल हो जाता है। ये एक कुदरती मतलब समझदारी है, क्योंकि ये जी पुरानी मतलब मार्क्सिस्ट थ्योरी है वह एक रिवर्स कढ़िया गया कि डंगरां नूं हो सकता है कि उन्होंने चारे की कमी हो जाए, लेकिन बंदे को जो पता लग जाए तो वह हल लभ लेता है। तो इस करके मतलब अज भी इकट्ठे बह के, और वो इकट्ठ आपां नूं इस किसानी लहर ने बहुत कुछ सिखाया, और वो जिहड़ा नवां सभ्याचार उसरिया इस लहर से वह की हो गया। कोई मैंने पूछ रहा सी क्योंकि जो मिडल क्लास है वो बेचारे फ्रस्ट्रेट रहते हैं, शायद आपको लगता है कि भी अज असीं ढा लिया, लेकिन जो जंग चल रही है ना वो ढटदा तो ना आप ढटते हैं। वो कहते की बनूगा किसानी का, मैं किसानी का तो बन चुका है,
ਬਣਨਾ तो उन्होंने है जिन्हों के खिलाफ है, उन्होंने पूछो जाके उन्होंने की बनू। तो ये जिहड़ा है कि इस विच और ये नाल एक साझी चीज़ जिहड़ी है, जिदा मैं कहा कि मतलब ये फर्क पाया जाता कि जी ये ऐस विचारधारा के होंगे, वो जो मर्जी ठगी ला लें, लेकिन एक चीज़ समझने वाली है कि हक सच की लड़ाई का कोई रंग नहीं होता, ਉਹਦਾ कोई सच नहीं होता, हक सच की इको लड़ाई होती। और वो मैनू बड़ा एक इतिहासक संदर्भ याद आ रहा सी कि गुरु गोबिंद सिंह जी ने सानू कई सारे बड़े नुकतिਆਂ ਨਾਲ समझाने की कोशिश की थी कि औरंगजेब तो बाद कौन बादशाह बन रहे थे? बहादुर शाह। उन्होंने कहा भी ये बहादुर शाह का मुकाबला मेरा बंदा बहादुर करेगा। बंदा बहादुर उन्होंने मतलब इस करके उन्होंने बंदा मेरा और उन्होंने लगातार है कि बंदा जिहड़ा बलवान है वो ही राज नूं रोक सकता है, जिहड़ा साडे सभ्याचार विच बहुत वारी आया। तो मैं क्या वो बंदा बहादुर तो शायद इतिहासक तौर पर पता कि नहीं, बहादुर शाह खुद चढ़ के आया बंदा बहादुर नूं रोकण लई, क्योंकि सब तो वड्डा बागी है, तो बागी नूं फड़ना जिहड़ा है वो बादशाह की मतलब जित हुंदी है, लेकिन वो फड़ नहीं सकिया। वो लाहौर चला गया, लाहौर मौलवियां नाल किते उन्हें कहा, तो पंजाबी मौलवियां ने उन्हें कहा कि तू अपना काम कर, नमाज कितना पढ़नी है सानू पता है। और वो जवाब तो बाद इन्ना फ्रस्ट्रेट होया कि वो लाहौर पागल होकर मरिया। बंदा बहादुर कायम सी, लेकिन बहादुर शाह पागल होकर मरिया। और उसके आखिरी शब्द सन सब कुत्ते ने, सारे कुत्ते ने। वो आले दुआले लगा कि भी ये कुत्तियां तो डर रहा है, इन्हों हाइड्रोफोबिया हो, डॉग फोबिया हो गया। उन्होंने सारे लाहौर के कुत्ते मरवाते, लेकिन वो फिर भी मर गया। और ये कहते कि उन्होंने दिल्ली ले जाके मतलब जो महरौली वो मकबरा बनया। और जो बहादुर शाह ने फड़िया तो फारूक यार ने उत्थे ले जाके टॉर्चर किया। तुसीं दबंध देखो कि ये जी मतलब एक है कि बंदे ने लड़ना हुंदा, बंदे ने, और उहदे विच जिहड़ा सब तो कॉमन तत्त है जिहड़ा असीं जमहूरी अधिकार सभा 75 तो बाद सीखिया कि इहदे विच एक चीज़ जिहड़ी है वो तुहाडा जमहूरी हक्कां नूं कायम रखना है। वो तुहाडे कोल एक तत्त है जिहदे नाल तुसीं सारी लड़ाई लड़ सकते हो। और जमहूरी हक की कहते हैं कि तुसीं अपने हक्कां लई संघर्ष करना तुहाडा हक है। और संघर्ष जिहड़ा है वो है, और उहदे च जिवें फिलासफिकल भी कहा जाता है कि तुसीं लोड़ पहचान लई तो लोड़ की पूर्ति किवें होएगी। वो लोड़ की पूर्ति जिहड़ी है वो संघर्ष के मीडियम नाल होनी है। और जदों लोड़ की पूर्ति होंदी है फिर असीं कहते अज असीं आज़ाद महसूस कर रहे हैं। तो इस करके इकट्ठे बह के इहदा बल देना और उन्हां दा और उन्हां दी आवाज़ बच्चों के घरां तक लैके जानी कि ये जिहड़े ने ये साडे वास्ते मतलब संघर्ष कर रहे हैं। वो कोई निजी किसी की भी कोई निजी नहीं है। उहदे च अरुण फरेरा है जिन्हों पहला एक बारी ये कई साल बंद रखा और उन्हें अपनी यादां भी लिखियां, लेकिन उन्होंने दोबारा फिर फड़िया। तो ये सारे बहुत सारे जिहड़े ने, और असीं चाहांगे कि ये थोड़े थोड़े ब्रीफ स्कैच इन्हां दे भी बना के तुहाडे तक पहुँचाए जाण, ताकि असीं उन्हां दी जिहड़ी जमहूरी हक्कां लई, लोकां दे हक्कां लई जिहड़ी उन्हां दी देण है उहनूं असीं पूरी तरह समझ सकीए। तो इस करके मैं समझदा कि इहनूं अज और तुहाडी सारिआं दा बहुत धन्नवाद है कि आपां इहनूं विशाल और इहनूं आपां अपने आले दुआले विच भी लिजाइए उन्हां दा। और क्योंकि प्रोपोगंडा भी कमज़ोर करदा हुंदा, आपां देख रहे रोज़ कोई ना कोई प्रोपोगंडा किया जाता है, लेकिन उहदे च एक भरम जिद्दां एक फिलासफिकल गल है कि तुसीं किसी बंदे नूं कमज़ोर करना है तो उहदे मन च भरम खड़ा करदे हो। जिहड़ी तुसीं कहानी सुनी होनी है कि कोई प्यो पुत गाई बच्छी ले जा रहे सी तो उन्होंने 10 ठग मिले, उन्होंने कहते आ गधा जा की ले जा रहे, तो बकरी कितने ले जा रहे। वो जदों तक वो हीर से पहुंचा उन्होंने आप भरम हो गया कि असीं मतलब ये बच्छा फड़िया है कि मतलब गधा फड़िया है। तो ये कहने का भाव है कि उस कहानी ये समझाती है कि भरम तो मुक्ति और अपनी जी साडी लोड़ है वो साझी लोड़। और पिंड विच एक अजे टूल साडे को बचा है जिन्होंने विड्रा नहीं कर सके, वो तुहाडा ग्राम सभा है कि इकट्ठे बह के पिंड की प्रॉब्लम जिहड़ी है वो नजीठीए। और ये एक भी है कि एक गलत फहमी नाल किसी वेले इन्होंने करता कि हर वसनीक के सिर पर 600 रुपया जिहड़ा है पिंड की जिन्नी वसों है
ਉਹਨਾਂ ਸੈਂਟਰ ਗਵਰਨਮੈਂਟ ਦੇਗੀ। ਉਹ ਗ੍ਰਾਂਟ ਤੁਹਾਡੀ ਪਿੰਡ ਦੀ ਗ੍ਰਾਂਟ ਹੈ। ਉਹਦੇ ਵਿੱਚ ਵਿਚੋਲੇ ਜਿਹੜੇ ਆ ਜਾਂਦੇ ਨੇ ਜੀ ਮੈਂ ਦੇ ਰਿਹਾ, ਉਹ ਵਿਚੋਲੇ ਜਦੋਂ ਪਿੱਛੇ ਮੈਨੂੰ ਸਭ ਤੋਂ ਲੱਗਾ ਕਰਪਟ ਤਰੀਕਾ ਉਹ ਲੱਗਾ ਕਿ ਕਹਿੰਦੇ ਜੀ ਵੀ ਤੁਹਾਡੇ ਪਿੰਡ ਨੂੰ ਜਿਹੜੇ ਟੀਕੇ ਲਾਉਣੇ ਨੇ ਤੁਹਾਡੀ ਉਸ ਗ੍ਰਾਂਟ 'ਚੋਂ ਪੈਸੇ ਲੈ ਕੇ ਲਾ ਦੇਣਗੇ। ਵੀ ਟੀਕੇ ਲੋਕਾਂ ਦੀ ਲੋੜ ਹੈ ਕਿ ਨਹੀਂ ਹੈ, ਉਹਨਾਂ ਦੀ ਲੋੜ ਵਿੱਦਿਆ ਹੈ। ਮੈਂ ਅੱਜ ਇਸ ਦਾ ਗੱਲ ਕਰ ਰਿਹਾ ਸੀ ਕਿ ਜਦੋਂ ਗਦਰੀ ਬਾਬਿਆਂ ਨਾਲ ਮਿਲਿਆ, ਉਹਨਾਂ ਤੋਂ ਸਿੱਖਿਆ, ਤੇ ਉਹਨਾਂ ਦੀ ਕੋਈ ਜੋ ਕਹਿੰਦੇ ਵੀ ਗਦਰ ਪਾਰਟੀ ਨੇ ਕਿਹਾ ਸੀਗਾ ਕਿ ਜਿਹੜੀ ਇਨਕਲਾਬ ਵਾਸਤੇ ਸਭ ਤੋਂ ਵੱਡਾ ਇਨਕਲਾਬੀ ਕੰਮ ਹੈ ਕਿ ਤੁਸੀਂ ਪਿੰਡ ਵਿੱਚ ਪੜ੍ਹਾਈ ਜਿਹੜੀ ਹੈ ਉਹ ਮਜ਼ਬੂਤ ਕਰੋ। ਬੰਤਾ ਸਿੰਘ ਸੰਘਵਾਲ ਸਾਡੇ ਪਹਿਲੇ ਐਡਵਾਂਸ ਪਾਰਟੀ ਦੇ ਵਿੱਚੋਂ ਸੀ, ਗਦਰ ਪਾਰਟੀ ਦੇ। ਉਹਨਾਂ ਨੇ ਪਿੰਡ 'ਚ ਪੰਚਾਇਤੀ ਫੈਸਲਾ ਔਰ ਸਕੂਲ ਔਰ ਆਪਣੇ ਡੰਗਰਾਂ ਵਾਸਤੇ ਹਸਪਤਾਲ, ਕਿਉਂਕਿ ਡਾਕਟਰ ਅਰੂਟ ਸਿੰਘ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹ ਡੰਗਰ ਡਾਕਟਰ ਸੀਗੇ, ਉਹਨਾਂ ਨੇ ਖੋਲ੍ਹਿਆ ਕਿ ਪਿੰਡ ਦੀ ਲੋੜ ਇਹ ਤਿੰਨ ਚੀਜ਼ਾਂ ਨੇ। ਅੱਜ ਵੀ ਸਾਡੇ ਪਿੰਡ ਦੀ ਲੋੜ ਜਿਹੜੀ ਹੈ ਉਹ, ਮੈਂ ਕੱਲ ਮੈਨੂੰ ਖੁਸ਼ੀ ਹੋਈ ਇੱਕ ਡਾਕਟਰ ਸੁਲੇਮਾਨ ਸਿੰਘ ਹੈ ਜਿਹੜਾ ਕੈਲੀਫੋਰਨੀਆ ਤੋਂ ਆਣ ਕੇ ਮਤਲਬ ਉੱਥੇ ਬੈਠਾ ਹੈ, ਤੇ ਮੈਂ ਕਿਹਾ ਮੈਂ ਤੈਨੂੰ ਸਲੂਟ ਕਰਨ ਆਇਆ ਕਿ ਅਮਰੀਕਾ 'ਚ ਤਾਂ ਲੋਕੀ ਪੈਸੇ ਮਗਰ ਜਾਂਦੇ ਨੇ, ਤੂੰ ਆਪਣੀ ਲੱਖਾਂ ਡਾਲਰ ਦੀ ਨੌਕਰੀ ਛੱਡ ਕੇ ਇੱਥੇ ਬੈਠਾ ਹੈ, ਪਰ ਉਹਨੇ ਆਪਣੇ ਬਾਬਾ ਭਗਨੇ ਤੋਂ ਲੈ ਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨੇ ਵੱਡੇ ਵੱਡੇ ਲਾਏ ਪਏ। ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਕਿਹਾ ਵੀ ਦੋ ਚੀਜ਼ਾਂ ਜਿਹੜੀਆਂ ਆਪਾਂ ਪਿੰਡ ਨੂੰ ਸਾਂਭਣਾ, ਇੱਕ ਤਾਂ ਕਿ ਪਿੰਡ ਦੀ ਵਿੱਦਿਆ ਸਾਂਭੀਏ, ਕਿਉਂਕਿ ਉਹ ਅੱਜ ਕਰੋਨਾ ਦੇ ਨਾਂ ਤੇ ਬੱਚਿਆਂ ਨੂੰ ਖੇਡਿਆ ਜਾ ਰਿਹਾ, ਇਕੱਠੇ ਹੋਣ ਨਹੀਂ ਦਿੱਤਾ ਜਾ ਰਿਹਾ। ਤੇ ਜਿਹੜੇ ਸਾਡੇ ਨੌਜਵਾਨ ਨੇ ਔਰ ਉਹ ਤੁਹਾਨੂੰ ਸਟਰੈਂਥ ਦਿੰਦੀ ਹੈ। ਉਹਦੇ ਵਿੱਚ ਆਪਾਂ ਕੀ 8-10 ਬੱਚਿਆਂ ਦੀ ਕਲਾਸਾਂ ਲਗਾ ਕੇ, ਕਿਉਂਕਿ ਜਿਹੜੀ ਅੱਜ ਬੱਚੇ ਦੀ ਪੜ੍ਹਨ ਦੀ ਲੋੜ ਹੈ ਉਹ ਅੱਜ ਹੀ ਹੈ, ਕੱਲ ਟੱਪ ਗਿਆ ਤੇ ਉਹ ਪਿੱਛੇ ਰਹਿ ਜਾਂਦਾ। ਜਿਹੜਾ ਇੱਕ ਵਾਰੀ ਸਕੂਲੋਂ ਹਟ ਗਿਆ ਉਹ ਮੁੜ ਕੇ ਫਿਰ ਸਕੂਲ ਨਹੀਂ ਜਾ ਸਕਦਾ। ਤਾਂ ਇਹ ਵਿੱਦਿਆ ਦੀ ਲੋੜ ਨੂੰ ਕਿਵੇਂ ਕਰੀਏ। ਔਰ ਦੂਜਾ ਜਿਹੜਾ ਹੈ ਕਿ ਸਿਹਤ ਦਾ ਮੂਲ ਜਿਹੜਾ ਹੈ ਉਹ ਪੌਸ਼ਟਿਕਤਾ ਹੈ, ਔਰ ਪੌਸ਼ਟਿਕਤਾ ਨੂੰ ਕਿਵੇਂ ਕਾਇਮ ਕਰਨਾ ਹੈ, ਉਹ ਇਹਦੇ ਨਾਲ ਅਸੀਂ ਜਿਹੜੇ ਪੈਰ ਮਜ਼ਬੂਤ ਕਰਨ ਵਾਲੀ ਗੱਲ ਹੈ ਉਹਨੂੰ ਕਰਾਂਗੇ। ਔਰ ਇਹ ਜੰਗ ਨੂੰ ਇਸ ਕਰਕੇ ਕਿ ਜਿੰਨੇ ਆਪਾਂ ਆਪਣਾ ਪੈਰ ਮਜ਼ਬੂਤ ਕਰਾਂਗੇ ਉਨੀ ਇਹ ਜੰਗ ਹੋਏਗੀ। ਉਹਨਾਂ ਇਹਨਾਂ ਸਾਥੀਆਂ ਨੂੰ ਵੀ ਜਿਹੜੀ ਸਾਡੀ ਡਿਮਾਂਡ ਹੈ ਕਿ ਤੁਸੀਂ ਉਹਨਾਂ ਨੂੰ ਇਨਸਾਨੀ ਹੱਕ ਉਹਨਾਂ ਦੇ ਬਖੂਲ ਕਰੋ, ਔਰ ਨਾਲ ਹੀ ਕਿ ਤੁਸੀਂ ਇਹਨਾਂ ਚਿਰ ਤੁਹਾਡੇ ਕੋਲ ਉਹਦੇ ਹੁਣ ਥੋੜ੍ਹਾ ਜਿਹਾ ਮੇਰੇ ਆ ਗਿਆ ਕਿ ਜਿੰਨੇ ਆਪਾਂ ਮੁਕੱਦਮੇ ਦੇਖੇ ਨੇ ਗਦਰ ਪਾਰਟੀ ਦੇ, ਉਸ ਤੋਂ ਬਾਅਦ ਭਗਤ ਸਿੰਘ ਉਹਨਾਂ ਦੇ, ਉਹ ਸਾਰੇ ਮੁਕੱਦਮੇ ਕਾਹਦੇ 'ਤੇ ਖੜੇ ਸੀ? ਵਾਅਦਾ ਮਾਫ 'ਤੇ। ਮੈਨੂੰ ਲੱਗਾ ਕਿ ਇਹਨਾਂ ਨੂੰ, ਇਸ ਸਰਕਾਰ ਨੂੰ ਇਹ ਭੀਮਾ ਕੋਰੋਆ ਗਾঁव ਵਾਲੇ ਕੇਸ ਵਿੱਚ ਕੋਈ ਵਾਅਦਾ ਮਾਫ ਨਹੀਂ ਲੱਭਿਆ, ਨਹੀਂ ਤੇ ਹੁਣ ਤੱਕ ਮੁਕੱਦਮਾ ਚੱਲ ਜਾਣਾ ਸੀ। ਔਰ ਉਹ ਬਿਲਕੁਲ ਠੀਕ ਗੱਲ ਹੋਈ ਜਦੋਂ ਹਨੀ ਬਾਬੂ ਨਾਲ ਮੇਰੀ ਗੱਲ ਹੋਈ। ਉਹ ਕਹਿੰਦਾ ਮੇਰੇ ਤੇ ਇਹੀ ਦਬਾਅ ਪਾਇਆ ਜਾ ਰਿਹਾ ਸੀ ਕਿ ਤੂੰ ਬਸ ਮਾੜਾ ਜਿਹਾ ਸਾਡਾ ਬਿਆਨ ਦੇ ਦੇ ਤਾਂ ਕਿ ਅਸੀਂ ਤੇਰੇ ਬਿਆਨ ਤੇ ਪ੍ਰੂਵ ਕਰ ਦਈਏ ਕਿ ਦੇਖੋ ਜੀ ਇਹਨਾਂ 'ਚ ਬੰਦਾ ਹੈਗਾ ਕਰਦਾ। ਇਹੀ ਕਬੀਰ ਕਲਾ ਮੰਚ ਵਾਲੇ ਜਿਹੜੇ ਉਹਨਾਂ ਨੂੰ ਲੱਗਾ ਕਿ ਨੌਜਵਾਨ ਸਿਰਫ ਕਵਿਤਾਵਾਂ ਕਬੂਤਰਾਂ ਪੜ੍ਹਨ ਵਾਲੇ ਨੇ, ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਤਾਂ ਮੈਂ ਕਿਹਾ ਇਸੇ ਕਰਕੇ ਉਹ ਜਿਹੜਾ ਹੈ, ਲੇਕਿਨ ਇਹ ਵੀ ਜਿੱਤ ਹੈ ਕਿ ਉਹਨੂੰ ਉਸ ਹੱਦ ਤੱਕ ਸਾਥੀਆਂ ਨੂੰ ਨਹੀਂ ਕਰ ਸਕੇ ਜਿਹੜੇ ਮਤਲਬ ਕਰ ਸਕਣ। ਲੇਕਿਨ ਆਖਰੀ ਜਿਹੜੀ ਮੈਂ ਸਮਝਾਂ ਮੇਰੀ ਅਪੀਲ ਹੈ ਉਹ ਇਹ ਹੈ ਕਿ ਵੀ ਆਪਾਂ ਇਸ ਲੜਾਈ ਨੂੰ, ਕਿਉਂਕਿ ਇਹ ਕੋਸ਼ਿਸ਼ ਵੀ ਕੀਤੀ ਗਈ ਕਿ ਜੀ ਇਹ ਵੱਖਰਾ ਕੇਸ ਹੈ, ਕਿਸਾਨਾਂ ਦਾ ਵੱਖਰਾ, ਇਹਨੂੰ ਪੜ੍ਹਨ ਨਾ ਕਰੋ। ਕਹਿੰਦੇ ਵੀ ਇਹ ਕਿਹੜਾ ਹੈ? ਅਸੀਂ ਜਿਹੜੇ ਹੱਕਾਂ ਲਈ ਉਹ ਆਪਣੇ ਆਦਿਵਾਸੀਆਂ ਲਈ ਲੜ ਰਹੇ ਸੀ। ਔਰ ਅੱਜ ਹੀ ਇੱਕ ਬੜਾ ਇੰਟਰਸਟਿੰਗ ਰਿਪੋਰਟ ਹੈ, ਉਹ ਕਹਿੰਦਾ ਕਿ ਜੇ ਤੁਸੀਂ ਇਹ ਰਿਪੋਰਟ ਵੀ ਖੇਤੀ ਦਾ ਅਗਲਾ ਆਉਣ ਵਾਲਾ ਭਵਿੱਖ ਕੀ ਬਣਾ ਰਹੇ ਨੇ ਪਤਾ ਲੱਗ ਗਿਆ ਕਿ ਤੁਸੀਂ ਸਾਰੇ ਆਦਿਵਾਸੀ ਹੋ ਜਾਓਗੇ, ਤੁਹਾਨੂੰ ਬੇਦਖਲ ਕੀਤਾ ਜਾਏਗਾ। ਔਰ ਤਾਂ ਉਹ ਜਿਹੜੀ ਬੇਦਖਲੀ ਦੀ ਲੜਾਈ ਹੈ, ਜਿਹੜੀ ਜੀਵਨ ਦੇ ਹੱਕ ਦੀ ਲੜਾਈ ਹੈ, ਉਹ ਹੱਕ ਸੱਚ ਦੀ ਲੜਾਈ ਲੜਨ ਵਾਲੇ ਨੇ। ਅੱਜ ਵੀ ਅਸੀਂ ਉਹ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ। ਉਹ ਕੋਈ ਇੱਕ ਨੁਕਤੇ ਤੇ ਰੁਕੀ ਹੋਈ ਨਹੀਂ ਹੈ, ਉਹ ਇਹਦੇ ਤੇ ਨਹੀਂ ਹੈ ਕਿ ਲੇਕਿਨ ਕਿਉਂਕਿ ਇੱਕ ਦਾਈਆ ਆਪਾਂ ਰੱਖਿਆ ਹੈ ਔਰ ਉਹ ਦਾਈਏ ਨੂੰ ਪੂਰਾ ਕਰਾਂਗੇ ਤੇ ਅਗਲੇ ਦਾਈਏ ਆਉਣਗੇ। ਤਾਂ ਇਸ ਕਰਕੇ ਇਹਨੂੰ ਉਹਦੇ 'ਚ ਕਰਨਾ ਕਿਸੇ ਕਿਸਮ ਦਾ ਵੀ ਜਿਹੜਾ ਪ੍ਰਚਾਰ ਪ੍ਰਭਾਵ। ਔਰ ਅੱਜ ਲੱਗਦਾ ਕਿ ਮਤਲਬ ਔਰ ਆਪਾਂ ਇਸ ਮੂਵਮੈਂਟ ਨੇ ਇਹ ਵੀ ਦੱਸਤਾ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਉਹ ਲੋਕਾਂ ਨੂੰ ਜਦ ਵਰਤਣਾ ਚਾਹੁੰਦੇ ਨੇ। ਇਸ ਕਰਕੇ ਲੋਕਾਂ ਦਾ ਆਪਣਾ ਸੰਗਠਿਤ ਹੋਣਾ, ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਕੰਮ ਕਰਦੇ ਹੋ ਔਰ ਇਹਦਾ ਏਕਤਾ ਦਾ ਬਿਲਟ ਹੋਣਾ, ਇਹਦਾ ਜਵਾਬ ਹੋਏਗਾ। ਇਹ ਉਹਨਾਂ ਸਾਥੀਆਂ ਨੂੰ ਵੀ ਔਰ ਆਪਾਂ ਜ਼ਰੂਰ ਮਤਲਬ ਉਹਨਾਂ ਨੂੰ ਸੁਣਾਵਾਂਗੇ ਔਰ ਇਹ ਅਕੀਦਾ ਜਿਹੜਾ ਹੈ
और जिन्नी चंगी रिस्पॉन्स आई है कि हौली हौली सारा ये जिन्हों वो समझते सी भी ये दबा के खत्म करता है उन्होंने आप ताज़ा किया है। तो अज असी उन्होंने सल्यूट करते हुए और तुहानू सारिਆਂ मैं शुक्रिया अदा करते हुए और तुहाडे तो आखिरी वही स्लोगन जिहड़ा भगत सिंह ने दिता सी कि जे ये गल समझ जाओगे तो फिर तुसी मेरी जिंदगी का मुल मिल गया कि इनकलाब जिंदाबाद साम्राज्यवाद मुर्दाबाद। क्योंकि गदर पार्टी ने समझाया सी कि तुसी इहदे चों मुक्त होवो कि ये किसी व्यक्ति नाल लड़ाई है या ये किसी जात नाल लड़ाई है या ये रंग नाल लड़ाई है, ये एक सिस्टम नाल लड़ाई है। ये गदर पार्टी ने किया कि ये साम्राज्य उस सिस्टम को साम्राज्यवाद कहते हैं। भगत सिंह ने बड़े सादा शब्दों से उन्होंने कहा कि साम्राज्य का मतलब है जो एक देश दूजे देश में लुटता है और उहदे करिंदे जिहड़े ने वो अपने देश अपने लोगों को लुटते हैं। तो हुण जिहड़ा मतलब कि कल नूं दालां दे भाव तेल का भाव खाण वाला जिहड़ा वो वधेगा। और उसकी आखिरी जी मैनूं फिर याद आ गई कि अमृत्या सैन नूं जो नोबल प्राइज़ मिलिया तो उन्होंने एक गल समझाउण ते मिलिया कि अकाल विच लोग अनाज की कमी ना नहीं मरते, लेकिन लोगों की खरीद शक्ति जो खत्म होती है उदों मरते। तो अज हर वो खरीद शक्ति खत्म करने का तरीका जा रहा और फिर उस तो बाद वो साडे और वो उही जिहड़ा कभी जलियांवाले बाग तो और बाद भगत सिंह ने भी कि शायद लंगर जिहड़ा है वो आपां इकट्ठा शुरू करिए भी मतलब उहदे नाल इहदा मुकाबला आउण वाले समय व्यक्ति तो असी समाजिक वालों वधिए। और ये मेरा ख्याल इहदा जिहड़ा है सो भीमे कोरेगा अगर कमज़ोर करन दी उन्हां दी नीति है तो उहदा जवाब अपने आप नूं तकड़े करन दा उन्हां दे भरमां तो मुक्त होण दा और इस जंग नूं जिहड़ी उन्हां ने शुरू कीती है उन्हें समझते हुए अपनी मजबूती जिहड़ी है उन्होंने बनाउंदा है। तो बहुत बहुत धन्यवाद। साम्राज्यवाद मुर्दाबाद, इनकलाब जिंदाबाद।